प्रश्न 1। उत्तर ਭਾਰਤੀ ਰਾਜ ਚੱਕਰ ਨਿਬੰਧ ਦੇ ਲੇਖਕਾਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਆ ਸ੍ਰੀ ਦਵਿੰਦਰ ਸਤਿਆਰਥੀ ਨਾਲ ਸੰਖੇਪ ਜਾਣ ਪਛਾਣ ਕਰਾਓ। ਉੱਤਰ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਉੱਚ ਕੋਟੀ ਦੇ ਵਿਦਵਾਨ, ਕੁਸ਼ਲ ਪ੍ਰਬੰਧਕ ਅਤੇ ਪ੍ਰਤਿਭਾਸ਼ਾਲ ਦੇ ਲੇਖਕ ਤੇ ਖੋਜੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਵਿਗਿਆਨਕ ਸ਼ੈਲੀ ਦੇ ਪ੍ਰਮਾਣਿਕ ਲੇਖ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਮੌਲਿਕ ਸੋਚਣੀ, ਵਿਗਿਆਨਕ ਦ੍ਰਿਸ਼ਟੀਕੋਣ, ਵਿਧੀ ਵਿਭਿੰਨਤਾ, ਸੁਹਜ ਸੁਆਦ ਭਰਪੂਰ, ਦਲੀਲ ਯੁਕਤ, ਗਿਆਨ ਭਰਪੂਰ, ਸਰਲ ਅਤੇ ਸਪਸ਼ਟ ਹੁੰਦੀਆਂ ਹਨ। ਕਲਾ, ਸੱਭਿਆਚਾਰ, ਚਿੱਤਰਕਾਰੀ, ਲੋਕ ਗੀਤ, ਇਤਿਹਾਸ ਅਤੇ ਕੁਦਰਤੀ ਸਥਾਨ ਆਪ ਦੇ ਅਧਿਐਨ ਅਤੇ ਰਚਨਾਕਾਰੀ ਦਾ ਖੇਤਰ ਰਹੇ ਹਨ। ਡਾਕਟਰ ਮਹਿੰਦਰ ਸਿੰਘ ਰੰਧਾਵਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਫਰਵਰੀ 1909 ਈਸਵੀ ਵਿੱਚ ਤਹਿਸੀਲਦਾਰ ਸ਼ੇਰ ਸਿੰਘ ਰੰਧਾਵਾ ਦੇ ਘਰ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਬੋਦਲਾ, ਜ਼ਿਲ੍ਹਾ ਹੁਸ਼ਿਆਰਪੁਰ ਸੀ। 10ਵੀਂ ਖਾਲਸਾ ਸਕੂਲ ਮੁਕਤਸਰ ਤੋਂ 1924 ਈਸਵੀ ਵਿੱਚ ਕੀਤੀ। B.Sc 1929 ਈਸਵੀ ਵਿੱਚ ਗਵਰਨਮੈਂਟ ਕਾਲਜ ਲਾਹੌਰ ਤੋਂ ਕੀਤੀ। M.Sc ਵੀ ਉਸੇ ਕਾਲਜ ਤੋਂ ਕੀਤੀ। 1934 ਈਸਵੀ ਵਿੱਚ ਇੰਡੀਅਨ ਸਿਵਲ ਸਰਵਿਸਿਜ਼ ਕਰਕੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮੈਜਿਸਟਰੇਟ ਰਹੇ। 1942 ਈਸਵੀ ਵਿੱਚ ਰਾਏ ਬਰੇਲੀ ਦੇ ਡਿਪਟੀ ਕਮਿਸ਼ਨਰ ਬਣੇ ਅਤੇ 1946 ਈਸਵੀ ਵਿੱਚ ਦਿੱਲੀ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ਉੱਤੇ ਕੰਮ ਕੀਤਾ। 1951 ਈਸਵੀ ਵਿੱਚ ਪੰਜਾਬ ਸਰਕਾਰ ਦੇ ਕਮਿਸ਼ਨਰ ਵਜੋਂ ਕੰਮ ਕੀਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਬਨਸਪਤੀ ਵਿਗਿਆਨ ਵਿੱਚ PhD ਕੀਤੀ। 1966 ਈਸਵੀ ਵਿੱਚ ਚੰਡੀਗੜ੍ਹ ਦੇ ਚੀਫ ਕਮਿਸ਼ਨਰ ਬਣੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਦੇ ਅਹੁਦੇ ਰਹੇ ਤੇ ਉੱਥੋਂ 1976 ਈਸਵੀ ਵਿੱਚ ਰਿਟਾਇਰ ਹੋਏ। ਭਾਰਤ ਸਰਕਾਰ ਨੇ 1972 ਈਸਵੀ ਵਿੱਚ ਪਦਮ ਭੂਸ਼ਣ ਦਾ ਸਨਮਾਨ ਦਿੱਤਾ। ਪੰਜਾਬ ਵਿੱਚ ਹਰਾ ਇਨਕਲਾਬ ਲਿਆਉਣ ਵਿੱਚ ਡਾਕਟਰ ਰੰਧਾਵਾ ਦਾ ਪ੍ਰਮੁੱਖ ਯੋਗਦਾਨ ਹੈ। ਕਾਫੀ ਸਮਾਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਰਹੇ। ਪੰਜਾਬੀ ਵਿੱਚ ਉਨ੍ਹਾਂ ਨੇ ਸਾਹਿਤ ਅਤੇ ਕਲਾ ਨਾਲ ਸੰਬੰਧਿਤ ਰਚਨਾਵਾਂ ਲਿਖੀਆਂ। ਪੰਜਾਬ ਦੇ ਲੋਕ ਗੀਤ, ਕਾਂਗੜੇ ਦੇ ਲੋਕ ਗੀਤ, ਕੁੱਲੂ ਦੇ ਲੋਕ ਗੀਤ, ਹਰਿਆਣੇ ਦੇ ਲੋਕ ਗੀਤ, ਕਾਂਗੜੇ ਦੀ ਕਲਾ ਆਦਿ ਨਿੱਘਰ ਲੋਕ ਤਾਰਾਈ ਸਮੱਗਰੀ ਵਾਲੀਆਂ ਰਚਨਾਵਾਂ ਹਨ। ਪੰਜਾਬ ਪਰੋ ਪੂਰਨ ਸਿੰਘ ਜੀਵਨੀ ਤੇ ਕਵਿਤਾ ਪਰੋ ਪੂਰਨ ਸਿੰਘ ਦੀ ਵਾਰਤਕ ਕਲਾ ਆਦਿ ਸਹਿ ਸੰਪਾਦਿਤ ਰਚਨਾਵਾਂ ਹਨ। ਆਪ ਬੀਤੀ ਉਨ੍ਹਾਂ ਦੀ ਬਹੁਤ ਹੀ ਸਫਲ ਸਵੈ ਜੀਵਨੀ ਹੈ। ਉਨ੍ਹਾਂ ਦੀਆਂ ਕਾਫੀ ਸਾਰੀਆਂ ਰਚਨਾਵਾਂ ਅੰਗਰੇਜ਼ੀ ਵਿੱਚ ਵੀ ਮਿਲਦੀਆਂ ਹਨ। ਪੰਜਾਬੀ ਲੋਕ ਸਾਹਿਤ ਦਾ ਰਸੀਆ ਤੇ ਖੋਜੀ, ਪ੍ਰਸਿੱਧ ਵਿਗਿਆਨੀ ਤੇ ਸੁਚੱਜਾ ਪ੍ਰਬੰਧਕ 3 ਮਾਰਚ 1988 ਈਸਵੀ ਵਿੱਚ ਸਦਾ ਲਈ ਪੰਜਾਬੀਆਂ ਤੋਂ ਵਿਛੜ ਗਿਆ। ਸ੍ਰੀ ਦਵਿੰਦਰ ਸਤਿਆਰਥੀ ਨੇ ਭਾਵੇਂ ਕਵਿਤਾ, ਨਾਵਲ, ਨਿਬੰਧ ਤੇ ਕਹਾਣੀ ਦੇ ਖੇਤਰ ਵਿੱਚ ਵੀ ਕਲਮ ਚਲਾਈ, ਪਰ ਆਪ ਦੀ ਪ੍ਰਮੁੱਖ ਦੇਣ ਲੋਕਧਾਰਾ ਦੀ ਸਮੱਗਰੀ ਨੂੰ ਇਕੱਤਰ ਕਰਨ ਵਿੱਚ ਹੈ। ਇਸ ਸੰਬੰਧ ਵਿੱਚ ਆਪ ਨੇ ਸਮੁੱਚੇ ਭਾਰਤ ਵਿੱਚ ਘੁੰਮ ਫਿਰ ਕੇ ਵੱਖ-ਵੱਖ ਪ੍ਰਾਂਤਾਂ, ਵੱਖ-ਵੱਖ ਬੋਲੀਆਂ ਤੇ ਵੱਖ-ਵੱਖ ਉਪਬੋਲੀਆਂ ਦੇ 3 ਲੱਖ ਤੋਂ ਜ਼ਿਆਦਾ ਲੋਕ ਗੀਤ ਇਕੱਤਰ ਕੀਤੇ। ਪੰਜਾਬੀ ਲੋਕ ਗੀਤਾਂ ਦੀਆਂ ਪੁਸਤਕਾਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਨਾਲ ਰਲ ਕੇ ਸੰਪਾਦਿਤ ਕੀਤੀਆਂ। ਉਸ ਦੀ ਵਾਰਤਕ ਰਚਨਾ ਵਿੱਚ ਲੋਕ ਗੀਤਾਂ ਦੀ ਆਤਮਾ ਘੁਲੀ ਹੋਈ ਹੈ। ਲੋਕ ਗੀਤਾਂ ਦੇ ਖੇਤਰ ਵਿੱਚ ਉਸ ਦੀ ਦੇਣ ਨੂੰ ਸ੍ਰੀ ਰਾਬਿੰਦਰਨਾਥ ਟੈਗੋਰ ਨੇ ਵੀ ਸਲਾਹਿਆ ਹੈ। ਸ੍ਰੀ ਦਵਿੰਦਰ ਸਤਿਆਰਥੀ ਹੁਰਾਂ ਦਾ ਜਨਮ 28 ਮਈ 1908 ਈਸਵੀ ਨੂੰ ਸ੍ਰੀ ਧਨੀ ਰਾਮ ਦੇ ਘਰ ਪਿੰਡ ਭਦੌੜ, ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਪਹਿਲਾਂ ਇਹ ਇਲਾਕਾ ਪਟਿਆਲਾ ਰਿਆਸਤ ਦਾ ਹਿੱਸਾ ਸੀ। ਸਤਿਆਰਥੀ ਹੁਰਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਵਿੱਚੋਂ ਹੀ ਪ੍ਰਾਪਤ ਕੀਤੀ। D.M. ਸਕੂਲ ਮੋਗੇ ਤੋਂ 10ਵੀਂ ਪਾਸ ਕੀਤੀ। ਕੁਝ ਸਮਾਂ ਮਹਿੰਦਰਾ ਕਾਲਜ ਪਟਿਆਲਾ ਵਿੱਚ ਤੇ ਫਿਰ D.A.V. ਕਾਲਜ ਲਾਹੌਰ ਵਿੱਚ ਰਹਿ ਕੇ ਉਚੇਰੀ ਸਿੱਖਿਆ ਲਈ। ਸਤਿਆਰਥੀ ਪੰਜਾਬੀ, ਹਿੰਦੀ ਤੇ ਉਰਦੂ ਤਿੰਨਾਂ ਭਾਸ਼ਾਵਾਂ ਵਿੱਚ ਆਪਣੇ ਅਨੁਭਵ ਪਾਠਕਾਂ ਨਾਲ ਸਾਂਝੇ ਕਰਨ ਵਾਲਾ ਸਾਹਿਤਕਾਰ ਹੈ। ਸੰਨ 1948 ਤੋਂ 1955 ਤੱਕ ਦਿੱਲੀ ਵਿੱਚ ਭਾਰਤ ਸਰਕਾਰ ਦੇ ਪ੍ਰਕਾਸ਼ਿਤ ਹੋ ਰਹੇ ਮਾਸਕ ਪੱਤਰ ਅੱਜ ਕੱਲ੍ਹ ਦਾ ਸੰਪਾਦਕ ਵੀ ਰਿਹਾ। 1952 ਈਸਵੀ ਵਿੱਚ ਪੰਜਾਬੀ ਮਹਿਕਮਾ ਪੈਪਸੂ ਵੱਲੋਂ ਆਪ ਦਾ ਸਤਿਕਾਰ ਤੇ ਸਨਮਾਨ ਕਰਦਿਆਂ ਮਾਨ ਪੱਤਰ ਤੇ ਸਿਰੋਪਾ ਦਿੱਤਾ ਗਿਆ। ਸ੍ਰੀ ਦਵਿੰਦਰ ਸਤਿਆਰਥੀ ਹੋਰਾਂ ਨੇ ਸਭ ਤੋਂ ਪਹਿਲਾਂ ਮਾਲਵੇ ਦੇ ਸੁੰਦਰ ਤੇ ਰਸ ਭਰੇ ਗੀਤਾਂ ਦੀ ਪੁਸਤਕ ਗਿੱਧਾ ਪ੍ਰਕਾਸ਼ਿਤ ਕੀਤੀ। ਇਸ ਉਪਰੰਤ ਦੀਵਾ ਬਲੇ ਸਾਰੀ ਰਾਤ ਤੇ ਧਰਤੀ ਦੀਆਂ ਆਵਾਜ਼ਾਂ ਵੀ ਲੋਕਧਾਰਾ ਨਾਲ ਸੰਬੰਧਿਤ ਪੁਸਤਕਾਂ ਦੀ ਰਚਨਾ ਕੀਤੀ। ਕਵਿਤਾ ਦੇ ਖੇਤਰ ਵਿੱਚ ਮੁੜਕਾ ਤੇ ਕਣਕ, ਬੁੱਢੀ ਨਹੀਂ ਧਰਤੀ ਅਤੇ ਲੱਕ ਟੁਣੂ ਟੁਣੂ ਪੁਸਤਕਾਂ ਦਿੱਤੀਆਂ। ਪੰਜਾਬੀ ਕਹਾਣੀ ਸਾਹਿਤ ਨੂੰ ਕੁੰਗਪੋਸ਼, ਸੋਨਾ ਗਾਚੀ, ਦੇਵਤਾ ਡਿੱਗ ਪਿਆ ਅਤੇ 3 ਬੂਹਿਆਂ ਵਾਲਾ ਘਰ ਪੁਸਤਕਾਂ ਦਿੱਤੀਆਂ। ਆਪ ਨੇ ਇੱਕ ਨਵੇਕਲੀ ਕਿਸਮ ਦਾ ਨਾਵਲ ਘੋੜਾ ਬਾਦਸ਼ਾਹ ਵੀ ਲਿਖਿਆ। ਹਿੰਦੀ ਅਤੇ ਉਰਦੂ ਭਾਸ਼ਾ ਵਿੱਚ ਵੀ ਆਪ ਨੇ ਬਹੁਤ ਸਾਰੀਆਂ ਪੁਸਤਕਾਂ ਦੀ ਰਚਨਾ ਕੀਤੀ। ਸ੍ਰੀ ਦਵਿੰਦਰ ਸਤਿਆਰਥੀ ਹੁਰਾਂ ਨੇ ਦੂਜੀਆਂ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ। ਮਹਾਕਵੀ ਰਾਬਿੰਦਰਨਾਥ ਟੈਗੋਰ ਦੀਆਂ ਕਵਿਤਾਵਾਂ ਦਾ ਅਨੁਵਾਦ 7100 ਕਵਿਤਾ ਨਾਂ ਹੇਠ ਦਿੱਤਾ। ਰਾਮ ਬਰਿਕਸ਼ ਬੇਨੀਪੁਰੀ ਦੀ ਪੁਸਤਕ ਮਿੱਟੀ ਦੀਆਂ ਮੂਰਤਾਂ ਦਾ ਪੰਜਾਬੀ ਅਨੁਵਾਦ ਕੀਤਾ। ਅੰਮ੍ਰਿਤ ਸੰਤਾਨ ਦੇ ਰੂਪ ਵਿੱਚ ਇੱਕ ਉੜੀਆ ਨਾਵਲ ਦਾ ਪੰਜਾਬੀ ਵਿੱਚ ਉਲੱਥਾ ਕੀਤਾ। ਅੰਗਰੇਜ਼ੀ ਵਿੱਚ ਲਿਖੀ ਪੁਸਤਕ ਮੀਟ ਮਾਈ ਪੀਪਲ ਨੇ ਵੀ ਕਾਫੀ ਪ੍ਰਸਿੱਧੀ ਪਰਠਾਡਾਬਿਡੀ।
ਪੰਜਾਬੀ ਦਾ ਇਹ ਮਹਾਨ ਸਾਹਿਤਕਾਰ 12 ਫਰਵਰੀ 2003 ਈਸਵੀ ਨੂੰ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਪ੍ਰਸ਼ਨ 2। ਉੱਤਰ ਭਾਰਤੀ ਰੁੱਤ ਚੱਕਰ ਨਿਬੰਧ ਦਾ ਵਿਸ਼ਾ ਦੱਸਦਿਆਂ ਹੋਇਆ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ ਡਾਕਟਰ ਮਹਿੰਦਰ ਸਿੰਘ ਰੰਧਾਵਾ ਤੇ ਸ੍ਰੀ ਦਵਿੰਦਰ ਸਤਿਆਰਥੀ ਹੋਰਾਂ ਦੀ ਰਚਨਾ ਦਾ ਖੇਤਰ ਲੋਕਧਾਰਾ ਹੈ। ਲੋਕ ਗੀਤਾਂ ਨੂੰ ਇਕੱਤਰ ਕਰਨ ਵਿੱਚ ਦੋਹਾਂ ਨੇ ਕਮਾਲ ਦੀ ਰੁਚੀ ਵਿਖਾਈ ਅਤੇ ਖੁਰਦੇ ਜਾਂਦੇ ਲੋਕ ਵਿਰਸੇ ਨੂੰ ਹਮੇਸ਼ਾ ਲਈ ਸੰਭਾਲਣ ਦਾ ਮਹਾਨ ਕਾਰਜ ਕੀਤਾ। ਪ੍ਰਕਿਰਤੀ ਨੂੰ ਦੋਹਾਂ ਨੇ ਬਹੁਤ ਨੇੜਿਓਂ ਦੇਖਿਆ ਅਤੇ ਉਸ ਦਾ ਮਨੁੱਖ ਨਾਲ ਕੀ ਰਿਸ਼ਤਾ ਹੈ ਉਸ ਉੱਤੇ ਡੂੰਘਾ ਵਿਚਾਰ ਵੀ ਕੀਤਾ। ਉੱਤਰ ਭਾਰਤੀ ਰੁੱਤ ਚੱਕਰ ਉਸੇ ਅਧਿਐਨ ਵਿੱਚੋਂ ਨਿਕਲੀ ਹੋਈ ਰਚਨਾ ਹੈ। 48 ਵਿਸ਼ਾ ਉੱਤਰੀ ਭਾਰਤੀ ਰੁੱਤ ਚੱਕਰ ਨਿਬੰਧ ਦਾ ਵਿਸ਼ਾ ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ ਉੱਤਰੀ ਭਾਰਤ ਵਿਚਲੀਆਂ ਰੁੱਤਾਂ ਨਾਲ ਸੰਬੰਧਿਤ ਹੈ। ਲੇਖਕਾਂ ਅਨੁਸਾਰ ਦੇਖਣ ਨੂੰ ਭਾਵੇਂ ਭਾਰਤ ਵਰਸ਼ 6 ਰੁੱਤਾਂ ਦਾ ਦੇਸ਼ ਹੈ ਪਰ ਅਸੀਂ ਸਮੁੱਚੇ ਤੌਰ ਤੇ ਇਹਨਾਂ ਨੂੰ 4 ਰੁੱਤਾਂ ਵਿੱਚ ਵੰਡ ਸਕਦੇ ਹਾਂ ਅਤੇ ਉਹ ਹਨ ਬਸੰਤ, ਗਰਮੀ, ਪਤਝੜ ਤੇ ਸਰਦੀ। ਮਹਾਕਵੀ ਕਾਲੀਦਾਸ ਅਤੇ ਕੇਸ਼ਵ ਦਾਸ ਨੇ ਆਪਣੇ 12 ਮਾਹਾਂ ਵਿੱਚ ਇਹਨਾਂ ਰੁੱਤਾਂ ਦਾ ਅਤੇ ਸੁੰਦਰ ਵਰਣਨ ਕੀਤਾ ਹੈ। ਕਾਂਗੜੇ ਦੇ ਚਿੱਤਰਕਾਰਾਂ ਨੇ ਕੇਸ਼ਵ ਦਾਸ ਦੇ 12 ਮਾਹ ਤੇ ਆਧਾਰਿਤ 12 ਚਿੱਤਰ ਬਣਾਏ ਜਿਨ੍ਹਾਂ ਵਿੱਚ ਵੱਖੋ ਵੱਖਰੀ ਰੁੱਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਬਸੰਤ ਰੁੱਤ ਜੋ ਫਰਵਰੀ ਮਹੀਨੇ ਵਿੱਚ ਆਰੰਭ ਹੁੰਦੀ ਹੈ ਸਾਰੀ ਪ੍ਰਕਿਰਤੀ ਮੌਲ ਪੈਂਦੀ ਹੈ। ਲੋਕ ਬਸੰਤੀ ਕੱਪੜੇ ਪਾਉਂਦੇ ਹਨ। ਪ੍ਰਾਚੀਨ ਭਾਰਤ ਵਿੱਚ ਬਸੰਤ ਦੇ ਤਿਉਹਾਰ ਨੂੰ ਸੁਵਸੰਤਕਾ ਕਹਿੰਦੇ ਸਨ। ਇਹ ਕਾਮਦੇਵ ਦੀ ਉਪਾਸਨਾ ਨਾਲ ਜੁੜਿਆ ਹੋਇਆ ਹੈ। ਦਰਖਤਾਂ ਨੂੰ ਭਰਵੇਂ ਫੁੱਲ ਲੱਗਦੇ ਹਨ। ਅੰਬਾਂ ਨੂੰ ਬੂਰ ਪੈਂਦਾ ਹੈ ਤੇ ਕੋਇਲਾ ਕੁੱਕਦੀਆਂ ਹਨ। ਅੱਧ ਮਾਰਚ ਨੂੰ ਬਸੰਤ ਸਿਖਰਾਂ ਛੂਹਦੀ ਹੈ। ਅਸ਼ੋਕ, ਸਿੰਬਲ, ਕੁਸੰਬੜਾ, ਕੈਂਥ, ਸਰੋਂ, ਪਟਾਕੀ, ਅਲਸੀ ਦੇ ਫੁੱਲਾਂ ਨਾਲ ਸਾਰੇ ਪਾਸੇ ਸੁਹੱਪਣ ਤੇ ਖੁਸ਼ਬੂਆਂ ਫੈਲਦੀਆਂ ਹਨ। ਇਸੇ ਸਮੇਂ ਹੋਲੀ ਦਾ ਤਿਉਹਾਰ ਮਰਦ ਤੇ ਤੀਵੀਆਂ ਬੜੇ ਗਰਮ ਜੋਸ਼ੀ ਨਾਲ ਮਨਾਉਂਦੇ ਇੱਕ ਦੂਜੇ ਤੇ ਰੰਗ ਸੁੱਟਦੇ ਤੇ ਗੁਲਾਲ ਮਲਦੇ ਹਨ। ਇਸ ਮੌਸਮ ਵਿੱਚ ਪ੍ਰੇਮ ਪੀੜਾ ਦਿਲਾਂ ਵਿੱਚੋਂ ਲਹਿਰ ਬਣ ਕੇ ਉੱਠਦੀ ਹੈ। ਕਾਮ ਰਸ ਨੂੰ ਮਾਣਿਆ ਜਾਂਦਾ ਹੈ। ਅਪ੍ਰੈਲ ਤੋਂ ਗਰਮੀ ਦੀ ਰੁੱਤ ਪ੍ਰਵੇਸ਼ ਕਰਦੀ ਹੈ। ਬਹਾਰ ਰੁੱਤ ਵਿਚਲੇ ਖਿੜੇ ਫੁੱਲ ਤੇ ਨਵੇਂ ਨਿਕਲੇ ਪੱਤੇ ਹੋਰ ਸੋਹਣੇ ਲੱਗਦੇ ਹਨ। ਫੁੱਲਾਂ ਦੀ ਸੁਗੰਧੀ ਨਾਲ ਚੌਗਿਰਦਾ ਮਹਿਕ ਉੱਠਦਾ ਹੈ। ਗਰਮ ਲੂਆਂ ਹਰਿਆਲੀ ਨੂੰ ਲੂਣਦੀਆਂ ਹਨ। ਵਾਵਰੋਲੇ ਉੱਠਦੇ ਹਨ। ਧਰਤੀ ਤਪਦੀ ਹੈ। ਮਿੱਟੀ ਘਟਾ ਉੱਡਦਾ ਹੈ। ਜਾਨਵਰ, ਬਨਸਪਤੀ, ਮਨੁੱਖ ਸਭ ਗਰਮੀ ਨਾਲ ਚੰਬੇ ਜਾਂਦੇ ਹਨ। ਲੋਕ ਪਤਲੇ ਕੱਪੜੇ ਪਾਉਂਦੇ ਹਨ। ਲੋਕ ਮੀਂਹਾਂ ਦੀ ਉਡੀਕ ਕਰਦੇ ਹਨ। ਅਤੇ ਦੀ ਗਰਮੀ ਤੋਂ ਬਾਅਦ ਕਾਲੀਆਂ ਘਟਾਵਾਂ ਝੜ ਆਉਂਦੀਆਂ ਹਨ। ਮੀਂਹ ਪੈਂਦੇ ਹਨ। ਬੱਦਲ ਗੱਜਦੇ ਹਨ। ਪਸ਼ੂ, ਪੰਛੀ, ਬਨਸਪਤੀ, ਮਨੁੱਖ ਸਭ ਖੁਸ਼ੀ ਮਨਾਉਂਦੇ ਹਨ। ਬਰਸਾਤ ਨੂੰ ਮਾਣਦੇ ਹਨ। ਫਲ ਪੱਕਦੇ ਹਨ। ਬਾਗੀ ਰੌਣਕਾਂ ਲੱਗਦੀਆਂ ਹਨ। ਤੇਜ਼ ਹਵਾਵਾਂ ਵਗਦੀਆਂ ਹਨ। ਹਰਿਆਲੀ ਮੁੜ ਪਰਤਦੀ ਹੈ। ਜਵਾਨ ਮਰਦ ਇਸਤਰੀਆਂ ਦੇ ਮਨਾਂ ਵਿੱਚ ਕਾਮ ਪੈਦਾ ਹੁੰਦਾ ਹੈ। ਛੱਪੜ, ਨਦੀਆਂ, ਨਾਲੇ, ਦਰਿਆ ਸਭ ਪਾਣੀ ਨਾਲ ਆਫਰ ਜਾਂਦੇ ਹਨ। ਮੀਂਹਾਂ ਨਾਲ ਮਿੱਟੀ ਘੱਟੇ ਤੋਂ ਵਾਤਾਵਰਣ ਮੁਕਤ ਹੋ ਜਾਂਦਾ ਹੈ। ਬਰਸਾਤ ਤੋਂ ਬਾਅਦ ਪਤਝੜ ਦੀ ਰੁੱਤ ਆਉਂਦੀ ਹੈ। ਅਸਮਾਨ ਨੀਲਾ ਤੇ ਸਾਫ਼ ਹੁੰਦਾ ਹੈ। ਬੇਤਹਾਸ਼ਾ ਫੁੱਲ ਖਿੜਦੇ ਹਨ। ਲੋਕ ਨਦੀਆਂ, ਗੰਗਾ, ਜਮਨਾ ਆਦਿ ਦੀ ਪੂਜਾ ਕਰਦੇ ਹਨ। ਦੀਪ ਦਾਨ ਕਰਦੇ ਹਨ। ਧਾਨ ਤੇ ਮਕਈ ਦੀ ਫਸਲ ਦੀ ਵਾਢੀ ਹੁੰਦੀ ਹੈ। ਇਸੇ ਮੌਸਮ ਵਿੱਚ ਦੀਵਾਲੀ ਦਾ ਤਿਉਹਾਰ ਆਉਂਦਾ ਹੈ। ਦੀਪਮਾਲਾ ਕੀਤੀ ਜਾਂਦੀ ਹੈ। ਚੰਨ ਚਾਨਣੀ ਅਸਾਧਾਰਨ ਹੁੰਦੀ ਹੈ ਅਤੇ ਪ੍ਰੇਮੀਆਂ ਦੇ ਦਿਲਾਂ ਵਿੱਚ ਜੋਸ਼ ਪੈਦਾ ਕਰਦੀ ਹੈ। ਪ੍ਰੇਮੀ ਪ੍ਰੇਮਿਕਾਵਾਂ ਕਾਮ ਆਨੰਦ ਮਾਣਦੇ ਹਨ। ਮੱਘਰ ਦਾ ਮਹੀਨਾ ਸਿਆਲ ਦੀ ਦਸਤਕ ਦਿੰਦਾ ਹੈ। ਦਿਨ ਛੋਟੇ ਤੇ ਰਾਤਾਂ ਲੰਮੀਆਂ ਹੋ ਜਾਂਦੀਆਂ ਹਨ। ਹਵਾ ਠੰਡੀ ਹੋ ਜਾਂਦੀ ਹੈ। ਠੰਡ ਤੋਂ ਬਚਣ ਲਈ ਰਜਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਪ੍ਰੇਮੀ ਪ੍ਰੇਮਿਕਾ ਲਈ ਸਭ ਤੋਂ ਹਸੀਨ ਮੌਸਮ ਹੁੰਦਾ ਹੈ। ਪਹਾੜਾਂ ਵੱਲੋਂ ਠੰਡੀ ਹਵਾ ਉਣਿੰਜਾ ਆਉਂਦੀ ਹੈ। ਪੱਤੇ ਝੜ ਜਾਂਦੇ ਹਨ। ਗਰਮ ਕੱਪੜੇ ਪਾਉਣੇ ਸ਼ੁਰੂ ਹੋ ਜਾਂਦੇ ਹਨ। ਲੋਕ ਧੁੱਪ ਦਾ ਨਜ਼ਾਰਾ ਲੈਂਦੇ ਹਨ। ਇਹ ਪਤੀ ਤੇ ਪਤਨੀ ਦੇ ਮਿਲਾਪ ਦੀ ਰੁੱਤ ਹੁੰਦੀ ਹੈ। ਵਿਛੋੜੇ ਵਾਲੇ ਤੜਪਦੇ ਹਨ। ਇਸ ਤਰ੍ਹਾਂ ਇਸ ਨਿਬੰਧ ਵਿੱਚ ਉੱਤਰੀ ਭਾਰਤ ਦੀਆਂ 4 ਰੁੱਤਾਂ, ਉਹਨਾਂ ਦਾ ਪਸ਼ੂ, ਪੰਛੀਆਂ, ਬਨਸਪਤੀ ਤੇ ਮਨੁੱਖਾਂ ਉੱਤੇ ਪਰਿਭਾਵ ਅਤੇ ਇਹਨਾਂ ਰੁੱਤਾਂ ਦਾ ਕਲਾ ਚਿੱਤਰਾਂ ਰਾਹੀਂ ਪ੍ਰਗਟਾਵੇ ਦਾ ਵਰਣਨ ਕੀਤਾ ਹੈ। ਇਹ ਵਿਸ਼ਾ ਕੁਦਰਤ ਅਤੇ ਸੰਸਾਰੀ ਜੀਵਾਂ ਦੇ ਸੰਬੰਧਾਂ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ। ਵਿਸ਼ਾ ਬੜਾ ਮਹੱਤਵਪੂਰਨ ਹੈ। ਲੋਕ ਗੀਤਾਂ ਰਾਹੀਂ ਮਨੁੱਖੀ ਮਨੋਭਾਵਾਂ ਦਾ ਢੁਕਵਾਂ ਤੇ ਦਿਲਚਸਪ ਪ੍ਰਗਟਾਵਾ ਕੀਤਾ ਗਿਆ ਹੈ। ਸਾਰ ਭਾਰਤ ਦੇਸ਼ ਨੂੰ 6 ਰੁੱਤਾਂ ਵਿੱਚ ਵੰਡਿਆ ਹੋਇਆ ਹੈ। ਹਰ ਰੁੱਤ 2 ਮਹੀਨੇ ਦੀ ਹੈ। ਫੱਗਣ, ਚੇਤ ਬਸੰਤ, ਜੇਠ ਹਾੜ ਗਰਮੀ, ਸਾਉਣ ਭਾਦੋ ਬਰਸਾਤ, ਅਸੂ ਕੱਤਕ ਪਤਝੜ, ਮਗਰ ਪੋਹ ਸਿਆਲ ਨਾਲ ਜੁੜੇ ਹੋਏ ਹਨ। ਅਸਲ ਵਿੱਚ 4 ਰੁੱਤਾਂ ਹੀ ਹਨ। ਬਸੰਤ, ਗਰਮੀ, ਪਤਝੜ ਤੇ ਸਰਦੀ। ਭਾਰਤੀ ਕਵੀਆਂ ਨੇ 12 ਮਹੀਨਿਆਂ ਨੂੰ ਆਪਣੀਆਂ ਕਾਵਿ ਰਚਨਾਵਾਂ ਵਿੱਚ ਰੁੱਤਾਂ ਨਾਲ ਜੋੜ ਬਹੁਤ ਦਿਲਚਸਪ ਬਿਆਨ ਕੀਤਾ ਹੈ। ਮਹਾਕਵੀ ਕਾਲੀਦਾਸ ਦਾ ਰਿਤੂ ਸੰਹਾਰ ਤੇ ਕੇਸ਼ਵ ਦਾਸ ਦੇ 12 ਮਾਹ ਕੁਦਰਤ ਅਤੇ ਮਨੁੱਖ ਦੇ ਸੰਬੰਧਾਂ ਨੂੰ ਸੁੰਦਰ ਅਤੇ ਦਿਲ ਖਿੱਚਵੇਂ ਢੰਗ ਨਾਲ ਵਰਣਨ ਕਰਦੇ ਹਨ। ਕੇਸ਼ਵ ਦਾਸ ਦੇ 12 ਮਾਹ ਦੇ ਆਧਾਰ ਤੇ ਕਾਂਗੜੇ ਦੇ ਚਿੱਤਰਕਾਰਾਂ ਨੇ ਵੱਖ-ਵੱਖ ਰੁੱਤਾਂ ਨਾਲ ਸੰਬੰਧਿਤ 12 ਚਿੱਤਰ ਵੀ ਬਣਾਏ ਹਨ ਜੋ ਇਸ ਵੇਲੇ ਲੰਬਾ ਗਾਉਂ ਦੇ ਰਾਜਾ ਧਰੁਵਦੇਵ ਦੀ ਮਲਕੀਅਤ ਹਨ। ਹਰ ਚਿੱਤਰ ਵਿੱਚ ਕ੍ਰਿਸ਼ਨ ਤੇ ਰਾਧਾ ਦੀ ਜੋੜੀ ਮੌਜੂਦ ਹੈ। ਸਰੋਂ ਦੇ ਪੀਲੇ ਫੁੱਲ ਤੇ ਘੁੱਗੀਆਂ ਦੀ ਕੂੰ-ਕੂੰ ਤੋਂ ਬਸੰਤ ਦੇ ਆਗਮਨ ਦਾ ਸੁਨੇਹਾ ਮਿਲਦਾ ਹੈ। ਮਰਦ ਅਤੇ ਜਨਾਨੀਆਂ ਬਸੰਤੀ ਕੱਪੜੇ ਪਾਉਂਦੇ ਹਨ।
ਪੁਰਾਣੇ ਸਮਿਆਂ ਵਿੱਚ ਸੁਵਸੰਤਕਾ ਦਾ ਤਿਉਹਾਰ ਜੋ ਕਾਮਦੇਵ ਦੀ ਉਪਾਸਨਾ ਨਾਲ ਸੰਬੰਧਿਤ ਹੈ, ਹਰ ਪਿੰਡ ਵਿੱਚ ਇਸਤਰੀਆਂ ਪੁਰਸ਼ ਰਲ ਕੇ ਮਨਾਉਂਦੇ ਸਨ। ਬਸੰਤ ਸਮੇਂ ਅਸ਼ੋਕ ਨੂੰ ਸੰਗਤਰੀ ਤੇ ਸੋਸਨੀ, ਕਾਂਗੜੇ ਵਿੱਚ ਸਿੰਬਲ ਨੂੰ ਲਾਲ ਰੰਗ ਦੇ ਫੁੱਲ ਲੱਗਦੇ ਹਨ। ਉਹ ਗੁੱਛਿਆਂ ਨਾਲ ਭਰ ਜਾਂਦੇ ਹਨ। ਅੰਬਾਂ ਦੇ ਬੂਟਿਆਂ ਨੂੰ ਵੀ ਬੂਰ ਪੈਂਦਾ ਹੈ। ਕੋਇਲਾ ਇਹਨਾਂ ਦੀ ਸੁਗੰਧ ਨਾਲ ਖਿੱਚੀਆਂ ਆਉਂਦੀਆਂ ਹਨ। ਮਾਰਚ ਦੇ ਮਹੀਨੇ ਬਹਾਰ ਸਿਖਰਾਂ ਨੂੰ ਛੂੰਹਦੀ ਹੈ। ਕੁਸੰਬੜੇ ਦੇ ਵਿੰਗੇ ਟੇਢੇ ਰੁੱਖ ਵੀ ਫੁੱਲਾਂ ਨਾਲ ਭਰ ਜਾਂਦੇ ਹਨ। ਲਾਲ ਪੀਲੇ ਰੰਗ ਦੇ ਇਹਨਾਂ ਦੇ ਗੁੰਚੇ ਇੱਕਦਮ ਖਿੜਦੇ ਹਨ। ਧਰਤੀ ਸੱਜ ਵਿਆਹੀ ਵਹੁਟੀ ਵਾਂਗ ਲੱਗਦੀ ਹੈ। ਕਾਂਗੜਾ ਵਾਦੀ ਵਿੱਚ ਖੇਤ ਅਤੇ ਵਾੜਾਂ ਕੈਂਟ ਦੇ ਚਿੱਟੇ ਫੁੱਲਾਂ ਨਾਲ ਚਮਕ ਉੱਠਦੀਆਂ ਹਨ। ਮਾਰਚ ਦੇ ਮਹੀਨੇ ਇਸ ਦੇ ਹਰੇ ਪੱਤੇ ਇਸ ਦਰਖਤ ਨੂੰ ਢੱਕ ਦਿੰਦੇ ਹਨ। ਬਸੰਤੀ ਰੰਗ ਦੇ ਪੀਲੇ ਫੁੱਲਾਂ ਦਾ ਹੜ ਬਹਾਰ ਦੀ ਅਜੀਬ ਸੁੰਦਰਤਾ ਨੂੰ ਪ੍ਰਗਟਾਉਂਦਾ ਹੈ। ਆਡਾਂ ਦੇ ਕੰਡੇ ਪਟਾਕੀ ਦੇ ਨੀਲੇ ਫੁੱਲਾਂ ਨਾਲ ਭਰ ਜਾਂਦੇ ਹਨ। ਕਿਤੇ ਖੇਤਾਂ ਵਿੱਚ ਸਰੋਂ ਦੇ ਪੀਲੇ ਤੇ ਅਲਸੀ ਦੇ ਨੀਲੇ ਫੁੱਲ ਰੰਗ ਵਿਰੋਧ ਦਾ ਸੋਹਣਾ ਨਜ਼ਾਰਾ ਪੇਸ਼ ਕਰਦੇ ਹਨ। ਫੱਗਣ ਦਾ ਮਹੀਨਾ ਆਸ਼ਕਾਂ ਨੂੰ ਮੱਠਾ ਸਰੂਰ ਚਾੜ੍ਹਦਾ ਹੈ। ਇਹ ਪਿਆਰਾਂ ਦੀ ਰੁੱਤ ਦਾ ਮਹੀਨਾ ਹੈ। ਇਸੇ ਰੁੱਤ ਵਿੱਚ ਹੋਲੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ। ਤੀਵੀਆਂ ਮਰਦ ਗਲੀਆਂ ਮੁਹੱਲਿਆਂ ਵਿੱਚ ਜੋਸ਼ ਨਾਲ ਹੋਲੀ ਖੇਡਦੇ ਹਨ, ਢੋਲ ਵਜਾਉਂਦੇ ਇੱਕ ਦੂਜੇ ਉੱਤੇ ਗੁਲਾਲ ਸੁੱਟਦੇ ਹਨ ਤੇ ਗੀਤ ਗਾਉਂਦੇ ਹਨ। ਲੋਕ ਮਨਾਂ ਵਿੱਚ ਦੱਬੇ ਪਿਆਰ ਜਜ਼ਬੇ ਪ੍ਰਗਟ ਹੁੰਦੇ ਹਨ ਤੇ ਪ੍ਰੇਮੀ ਇੱਕ ਦੂਜੇ ਦੇ ਮੂੰਹ ਉੱਤੇ ਗੁਲਾਲ ਮਲਦੇ ਹਨ। ਬਿੰਦੀ ਇਸ ਵਚਿੱਤਰ ਤਿਉਹਾਰ ਵਿੱਚੋਂ ਕਾਮ ਵਾਸਨਾ ਧਾਰਮਿਕ ਰਹੱਸਵਾਦ ਦਾ ਮਿਸ਼ਰਣ ਦਿਸਦਾ ਹੈ। ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਪਿਆਰ ਨਾਲ ਵੇਖ ਛੂਹਣਦੇ ਅਤੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ਰੁੱਤ ਨਾਲ ਸੰਬੰਧਿਤ ਇੱਕ ਚਿੱਤਰ ਵਿੱਚ 6 ਨੇੜੇ ਫੁੱਲਾਂ ਨਾਲ ਭਰਿਆ ਰੁੱਖ ਹੈ। ਪਿੱਛੇ ਇੱਕ ਟੋਲੀ ਹੋਲੀ ਖੇਡ ਰਹੀ ਹੈ, ਉਸ ਅੱਗੇ ਇੱਕ ਢੋਲ ਵਜਾ ਰਿਹਾ ਹੈ। ਮਰਦ ਇੱਕ ਦੂਜੇ ਤੇ ਗੁਲਾਲ ਸੁੱਟਦੇ ਹਨ। ਛੱਜੇ ਤੇ ਖੜੀ ਮੁਟਿਆਰ ਮਰਦਾਂ ਉਹ ਪਿਚਕਾਰੀ ਨਾਲ ਰੰਗ ਮਾਰਦੀ ਹੈ। ਇਹ ਫੱਗਣ ਦੇ ਮਹੀਨੇ ਨੂੰ ਪ੍ਰਗਟਾਉਂਦਾ ਚਿੱਤਰ ਹੈ। ਫੁੱਲਾਂ ਉੱਤੇ ਪੁਸ਼ਪ ਮੱਖੀਆਂ ਗੂੰਜਦੀਆਂ ਹਨ। ਰੁੱਖਾਂ ਉੱਤੇ ਪੀਂਘਾਂ ਪਾਈਆਂ ਜਾਂਦੀਆਂ ਹਨ। ਬਹਾਰ ਜੋਬਨ ਤੇ ਹੈ। ਸਾਫ਼ ਅਸਮਾਨ ਤੇ ਸੂਰਜ ਤੇ ਚੰਨ ਚਮਕਦੇ ਹਨ। ਪ੍ਰਕਿਰਤੀ ਵਿੱਚ ਨਵੇਂ ਜੀਵ ਦੀ ਲਹਿਰ ਮਚਲਦੀ ਹੈ। ਪ੍ਰੇਮ ਪੀੜਾ ਵਿੱਚ ਹਰ ਇੱਕ ਆਪਣੇ ਸਾਥੀ ਦੀ ਭਾਲ ਵਿੱਚ ਹੈ। ਸਖੀਆਂ ਗਹਿਣੇ ਪਾ ਕੇ, ਮੋਢੇ ਨਾਲ ਮੋਢਾ ਜੋੜ ਕੇ, ਚੱਕਰ ਬਣ ਕੇ ਕ੍ਰਿਸ਼ਨ ਦੁਆਲੇ ਨੱਚਦੀਆਂ ਹਨ। ਰਾਹ ਜੋ ਘੜਾ ਲੈ ਕੇ ਖੂਹ ਤੋਂ ਪਾਣੀ ਭਰਨ ਚਲੀ ਹੈ, ਬੜੇ ਉਤਸ਼ਾਹ ਨਾਲ ਉਸ ਕੋਲ ਬ੍ਰਜ ਸੁੰਦਰੀਆਂ ਆਉਂਦੀਆਂ ਹਨ। ਕ੍ਰਿਸ਼ਨ ਦਾ ਮੁਖੜਾ ਹਰ ਪਾਸੇ ਖੁਸ਼ੀਆਂ ਖਿਲਾਰ ਰਿਹਾ ਹੈ। ਕਾਮਦੇਵ ਦੇ ਜਨਮ ਨਾਲ ਦਿਨ ਰਾਤ ਸੁੰਦਰ ਹੋ ਗਏ ਹਨ। ਬਿੰਦਰਾਬਨ ਵਿੱਚ ਕ੍ਰਿਸ਼ਨ ਤੇ ਰਾਧਾ ਬਸੰਤ ਦੀ ਪੂਜਾ ਕਰ ਰਹੇ ਹਨ। ਕ੍ਰਿਸ਼ਨ ਦੀ ਲੀਲਾ ਸਾਰੇ ਪਾਸੇ ਚਾਨਣ ਵੰਡ ਰਹੀ ਹੈ। ਕ੍ਰਿਸ਼ਨ ਦੇ ਵਸਤਰ, ਮੁਕਟ, ਸਾਂਵਲਾ ਸਰੀਰ, ਕੁੰਡਿਆਲੀਆਂ ਲਿਟਾਨ, ਮੱਥੇ ਦਾ ਤਿਲਕ, ਨੈਣ ਆਦਿ ਸਭ ਕੁਝ ਅਤੇ ਦਰਜੇ ਦਾ ਖੂਬਸੂਰਤ ਤੇ ਮਨਮੋਹਕ ਹੈ। ਬਹਾਰ ਤੋਂ ਪਿੱਛੋਂ ਅਪ੍ਰੈਲ ਦੇ ਮਹੀਨੇ ਗਰਮੀ ਦਾ ਪੱਖ ਸ਼ੁਰੂ ਹੋ ਜਾਂਦਾ ਹੈ। ਬਹੁਤ ਸਾਰੇ ਦਰਖਤ ਨਵੀਆਂ ਕਰੂੰਬਲਾਂ ਕੱਢਦੇ ਹਨ। ਪਾਣੀ ਵਾਲੀਆਂ ਥਾਵਾਂ ਤੇ ਰਾਤ ਨੂੰ ਜੁਗਨੂ ਚਮਕਦੇ ਹਨ। ਰੁੱਖਾਂ ਦੇ ਸੁੱਕੇ ਪੱਤੇ ਉੱਡਦੇ ਫਿਰਦੇ ਹਨ। ਨਿੰਮ ਤੇ ਸ਼ਰੀਨ ਦੇ ਫੁੱਲਾਂ ਦੀ ਮਹਿਕ ਸਾਰੇ ਬੰਨੇ ਫੈਲਦੀ ਹੈ। ਗੁਲਮੋਹਰ ਦੇ ਫੁੱਲ ਲਾਲ ਪਾ ਮਾਰਦੇ ਹਨ। ਗਰਮੀ ਵਿੱਚ ਲੂਆਂ ਚਲਦੀਆਂ ਹਨ, ਵਾਵਰੋਲੇ ਉੱਠਦੇ ਹਨ। ਵਾਤਾਵਰਣ ਗਰਮ ਤੇ ਮਿੱਟੀ ਘੱਟੇ ਨਾਲ ਭਰ ਜਾਂਦਾ ਹੈ। ਮਨੁੱਖ ਤੇ ਪਸ਼ੂ ਛਾਂ ਭਾਲਦੇ ਹਨ। ਸ਼ੇਰ ਵੀ ਕੁਰਨਿਆਂ ਵਿੱਚ ਵੜ ਜਾਂਦੇ ਹਨ। ਫੁੱਲਾਂ ਨਾਲ ਭਰੀਆਂ ਝੀਲਾਂ ਸੁੱਕਣ ਲੱਗ ਪੈਂਦੀਆਂ ਹਨ। ਮੱਝਾਂ, ਹਾਥੀ, ਸੱਪ ਆਦਿ ਸਭ ਜਾਨਵਰ ਗਰਮੀ ਤੋਂ ਤੰਗ ਪੈ ਜਾਂਦੇ ਹਨ। ਰਾਹੀ ਮੁਸਾਫਰ ਛਾਂ ਭਾਲਦੇ ਹਨ। ਜਦੋਂ ਪਿਆਰਾ ਘਰ ਹੋਵੇ ਤਾਂ ਗਰਮੀ ਬਹੁਤੀ ਮਹਿਸੂਸ ਨਹੀਂ ਹੁੰਦੀ। ਤੀਵੀਂ ਸੁੰਦਰ ਰੰਗਾਂ ਨੂੰ ਮਲਮਲ ਨਾਲ ਕੱਜਦੀ ਹੈ, ਸੁਗੰਧ ਲਾਉਂਦੀ ਹੈ, ਪਾਨ ਚਬਾਉਂਦੀ ਹੈ, ਮੱਥੇ ਤੇ ਸੀਨੇ ਤੇ ਸੰਦਲ ਦਾ ਲੇਪ ਕਰਦੀ ਹੈ। ਫੁਹਾਰਿਆਂ ਵਾਲੇ ਗ੍ਰੀਸ਼ਮ ਭਵਨ ਵਿੱਚ ਨਵਾਰੀ ਪਲੰਗ ਤੇ ਦਿਨ ਰਾਤ ਪਿਆਰੇ ਨਾਲ ਰੰਗ ਰਲੀਆਂ ਮਨਾਉਂਦੀ ਹੈ। ਜੇ ਪਿਆਰਾ ਘਰ ਨਾ ਹੋਵੇ ਤਾਂ ਬਿਰਹਾ ਦੀ ਅੱਗ ਵਿੱਚ ਸੜਦੀ ਹੈ। ਗਰਮੀ ਤੋਂ ਬਾਅਦ ਬਰਸਾਤ ਰੁੱਤ ਆਉਂਦੀ ਹੈ। ਅਸਮਾਨ ਤੇ ਕਾਲੇ ਬੱਦਲ ਗੱਜਦੇ ਹਨ। ਮੋਰ ਪੈਲਾਂ ਪਾਉਂਦੇ ਹਨ। ਕਦਮ ਰੁੱਖ ਦੇ ਫੁੱਲ ਖਿਲਦੇ ਹਨ। ਕ੍ਰਿਸ਼ਨ ਕਦਮ ਰੁੱਖ ਕੋਲ ਖੜਾ ਹੈ। ਬੰਸਰੀ ਤੇ ਮਲਾਰ ਰਾਗ ਕੱਢਦਾ ਹੈ। ਉਸ ਦਾ ਮੋਰ ਮੁਕਟ ਤੇ ਪੀਲੇ ਕੱਪੜੇ ਹਵਾ ਵਿੱਚ ਫੜਫੜਾਉਂਦੇ ਹਨ। ਉਹ ਆਪਣੇ ਲਾਗੇ ਖੜੀ ਬਿਰਜ ਸੁੰਦਰੀ ਨੂੰ ਦੇਖਦਾ ਹੈ। ਤੂਫਾਨੀ ਹਵਾ ਤੇ ਵਾਛੜ ਹੈ। ਰਾਧਾ ਭਗਵਾਨ ਨੂੰ ਮਿਲਣਾ ਲੋਚਦੀ ਹੈ। ਉਹ ਬੂਹੇ ਵਿੱਚੋਂ ਬਾਹਰ ਨਿਕਲਦੀ ਹੈ। ਸੀਨੇ ਵਿੱਚ ਸਦਰਾਂ ਦਾ ਤੂਫਾਨ ਸਾਂਭੀ 2 ਕਦਮ ਤੁਰ ਕੇ ਡਰੀ ਹੋਈ ਕੁਝ ਸੋਚਣ ਲੱਗ ਪੈਂਦੀ ਹੈ। ਮੀਂਹ ਨਾਲ ਧਰਤੀ ਪਾਣੀ ਨਾਲ ਭਰ ਜਾਂਦੀ ਹੈ। ਹਰੇ ਘਾਹ ਨਾਲ ਢੱਕੀ ਜਾਂਦੀ ਹੈ। ਲਾਲ ਮਖਮਲੀ ਬੀਰ ਵਹੁਟੀਆਂ ਧਰਤੀ ਨੂੰ ਸ਼ਿੰਗਾਰਦੀਆਂ ਹਨ। ਮੀਂਹ ਨਾਲ ਅੰਬਾਂ ਦੇ ਬਾਗਾਂ ਵਿੱਚ ਰਾਗ ਪੈਦਾ ਹੁੰਦਾ ਹੈ। ਬੱਚੇ ਤੇ ਤੀਵੀਆਂ ਪੱਕੇ ਅੰਬਾਂ ਨੂੰ ਲੱਭ ਰਹੀਆਂ ਹਨ। ਮੀਂਹ ਨਾਲ ਛੱਪੜਾਂ ਵਿੱਚ ਬੁਲਬੁਲੇ ਨਿਕਲਦੇ ਹਨ। ਮੀਂਹ ਪੈਣ ਤੋਂ ਬਾਅਦ ਮੌਸਮ ਸਾਫ਼ ਹੁੰਦਾ ਹੈ ਤਾਂ ਸਤਰੰਗੀ ਪੀਂਘ ਉੱਭਰਦੀ ਹੈ। ਰੱਖ ਵਿੱਚ ਮੱਝਾਂ ਚਰਦੀਆਂ ਹਨ। ਫੁੱਲਾਂ ਉੱਤੇ ਤਿਤਲੀਆਂ ਉੱਡਦੀਆਂ ਹਨ। ਸਾਵਣ ਦੇ ਮਹੀਨੇ ਚੰਬੇਲੀ, ਰਾਤ ਕੀ ਰਾਣੀ ਤੇ ਮਹਿੰਦੀ ਦੇ ਫੁੱਲ ਖੁਸ਼ਬੂ ਵੰਡਦੇ ਹਨ। ਬਿੰਦੀ ਕਾਲੀਦਾਸ, ਅਲਕਾਪੁਰੀ ਦੀਆਂ ਮੁਟਿਆਰਾਂ ਆਪਣੀਆਂ ਗਲਾਂ, ਪੁੜੀਆਂ, ਜੂੜਿਆਂ, ਸਿਰ ਦੀਆਂ ਵਾਲਾਂ ਨੂੰ ਜਿਵੇਂ ਫੁੱਲਾਂ ਨਾਲ ਸਜਾਉਂਦੀਆਂ ਹਨ ਦਾ ਸੁੰਦਰ ਵਰਣਨ ਕਰਦਾ ਹੈ। ਅੱਜ ਵੀ ਮਹਾਰਾਸ਼ਟਰ ਵਿੱਚ ਇਸਤਰੀਆਂ ਜੁੜਿਆਂ ਵਿੱਚ ਤੇ ਵੀਣਿਆਂ ਦੁਆਲੇ ਚੰਬੇ ਦੀਆਂ ਲੜੀਆਂ ਲਪੇਟਦੀਆਂ ਹਨ। ਹਿੰਦੁਸਤਾਨੀ ਸੁਗੰਧ ਵਾਲੇ ਬੂਟਿਆਂ ਨੂੰ ਪਿਆਰ ਕਰਦੇ ਹਨ। ਨਦੀ ਨਾਲੇ ਦਰਿਆ ਪਾਣੀ ਨਾਲ ਭਰ ਜਾਂਦੇ ਹਨ। ਬੱਦਲ ਲਗਾਤਾਰ ਗੱਜਦੇ ਹਨ ਤੇ ਤਕੜੀ ਹਵਾ ਨਾਲ ਮੀਂਹ ਪੈਂਦੇ ਹਨ।
ਸਾਵਣ ਵਿਸ਼ੇ ਵਾਸ਼ਨਾ ਦਾ ਮਹੀਨਾ ਹੈ। ਪ੍ਰੇਮੀ ਇੱਕ ਦੂਜੇ ਲਈ ਤੰਗਦੇ ਤੇ ਤੜਪਦੇ ਹਨ। ਕੁਝ ਵਿਛੋੜੇ ਵਿੱਚ ਤੜਫਦੇ ਹਨ ਤੇ ਮਿਲਾਪ ਵਾਲੇ ਮੀਂਹਾਂ ਦਾ ਆਨੰਦ ਮਾਣਦੇ ਹਨ। ਇੱਕ ਦੂਜੇ ਨੂੰ ਬਾਹਾਂ ਵਿੱਚ ਕੁੱਟਦੇ ਹਨ ਅਤੇ ਆਪਣੇ ਆਪ ਨੂੰ ਬਰਖਾ ਰੁੱਤ ਦੀਆਂ ਖੁਸ਼ੀਆਂ ਨਾਲ ਭਰ ਲੈਂਦੇ ਹਨ। ਮੀਂਹਾਂ ਤੋਂ ਬਾਅਦ ਪਤਝੜ ਆਉਂਦੀ ਹੈ। ਵਾਤਾਵਰਣ ਸਾਫ਼ ਹੋ ਜਾਂਦਾ ਹੈ। ਕਚਨਾਰ ਤੇ ਕਵੀਦਾਰ ਦੇ ਰੁੱਖਾਂ ਨੂੰ ਗੁਲਾਬੀ ਕਾਸ਼ਨੀ ਫੁੱਲ ਲੱਗਦੇ ਹਨ। ਹਾਰ ਸ਼ਿੰਗਾਰ ਰਾਤ ਵੇਲੇ ਵਾਤਾਵਰਣ ਨੂੰ ਸੁਗੰਧਿਤ ਕਰਦਾ ਹੈ। ਕਾਂਗੜੇ ਦੀ ਵਾਦੀ ਵਿੱਚ ਪਦਮ ਰੁੱਖ ਨੂੰ ਫੁੱਲਾਂ ਦੇ ਗੁੱਛੇ ਲੱਗਦੇ ਹਨ। ਸ਼ਾਹ ਬਲੂਤ, ਅਨੰਦਰ ਤੇ ਕੈਲ ਦੇ ਸੁਨਹਿਰੀ ਪੱਤੇ ਖੂਬਸੂਰਤ ਲੱਗਦੇ ਹਨ। ਮੁਟਿਆਰਾਂ ਨਵੇਂ ਅੰਡੇ ਸਿੱਟੇ ਚੁੱਕ ਕੇ ਗੰਗਾ ਜਮਨਾ ਵਿੱਚ ਦੀਪਦਾਨ ਕਰਦੀਆਂ ਹਨ। ਸਾਰਸ, ਲਮਨੀਕ ਤੇ ਮੁਰਗਾਬਿਆਨ ਪਰਬਤਾਂ ਤੋਂ ਝੀਲਾਂ ਵੱਲ ਆਉਂਦੀਆਂ ਹਨ। ਕਿਸਾਨ ਧਾਨ ਤੇ ਮੱਕੀ ਦੀ ਫਸਲ ਵੱਢਦਾ ਹੈ। ਕੱਤਕ ਦੇ ਮਹੀਨੇ ਦੀਵਾਲੀ ਪਿੰਡਾਂ ਤੇ ਸ਼ਹਿਰਾਂ ਵਿੱਚ ਦੀਵੇ ਜਗਾ ਕੇ ਮਨਾਈ ਜਾਂਦੀ ਹੈ। ਲੇਖਕ ਇੱਕ ਚਿੱਤਰ ਬਾਰੇ ਦੱਸਦਾ ਹੈ। ਪ੍ਰੇਮੀ ਛੱਜੇ ਵਿੱਚ ਬੈਠੇ ਗੱਲਾਂ ਕਰਦੇ ਹਨ। ਪਿੱਛੇ ਨਦੀ ਵਿੱਚ ਮਰਦ ਨਹਾਉਂਦੇ ਹਨ। ਕੁਝ ਅਰਦਾਸਾਂ ਕਰਦੇ ਹਨ। ਤੜਕਸਾਰ ਦਾ ਵੇਲਾ ਹੈ। ਸੂਰਜ ਚੜ੍ਹ ਰਿਹਾ ਹੈ। ਪਤਝੜ ਦਾ ਚੰਦਰਮਾ ਅਸਾਧਾਰਨ ਤੌਰ ਤੇ ਚਮਕਦਾ ਹੈ। ਕੱਤਕ ਦੀ ਪੂਰਨਮਾਸ਼ੀ ਨੂੰ ਭਾਗਾਂ ਵਾਲੇ ਪ੍ਰੇਮੀ ਆਪਸ ਵਿੱਚ ਮਿਲਦੇ ਹਨ ਅਤੇ ਕਾਮ ਆਨੰਦ ਨੂੰ ਮਾਣਦੇ ਹਨ। ਮੱਘਰ ਦੇ ਮਹੀਨੇ ਤੋਂ ਸਰਦੀ ਸ਼ੁਰੂ ਹੁੰਦੀ ਹੈ। ਦਿਨ ਛੋਟੇ ਤੇ ਰਾਤਾਂ ਲੰਮੀਆਂ, ਆਕਾਸ਼ ਨਿਖਰਿਆ ਤੇ ਠੰਡੀ ਹਵਾ ਚੱਲਦੀ ਹੈ। ਸਰਦੀ ਦੀ ਰੁੱਤ ਵਿੱਚ ਜੋ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਦੇ ਸਰੀਰਾਂ ਦਾ ਆਨੰਦ ਮਾਣਦੇ ਹਨ, ਉਹ ਕਿਸਮਤ ਵਾਲੇ ਹੁੰਦੇ ਹਨ। ਪਹਾੜਾਂ ਤੋਂ ਠੰਡੀ ਹਵਾ ਆਉਂਦੀ ਹੈ। ਮਨੁੱਖ ਤੇ ਪਸ਼ੂ ਨਿੱਘ ਭਾਲਦੇ ਹਨ। ਸੂਰਜ ਚੜ੍ਹਨ ਤੇ ਜੀਵਨ ਵਿੱਚ ਗਤੀ ਆਉਂਦੀ ਹੈ। ਲੋਕ ਧੁੱਪ ਸੇਕਦੇ ਹਨ। ਲੋਕ ਊਨੀ ਕੱਪੜੇ ਪਾਉਂਦੇ ਹਨ। ਪਤੀ ਦੇ ਵਿਛੋੜੇ ਵਿੱਚ ਪਤਨੀਆਂ ਤੜਪਦੀਆਂ ਹਨ। ਇਹ ਪੀਰ ਅਕਹੇ ਹੈ। ਉਹ ਮਾਹੀ ਕੋਲੋਂ ਸੂਰਜ ਵਰਗਾ ਨਿੱਘ ਚਾਹੁੰਦੀ ਹੈ।